ਸਤਿ ਸ੍ਰੀ ਅਕਾਲ। ਚੰਗੀ ਸੋਚ ਨਾਲ ਹੀ ਪੁੰਨ ਦਾ ਖਾਤਾ ਜਮ੍ਹਾਂ ਹੁੰਦਾ ਹੈ। ਜਦੋਂ ਅਸੀਂ ਕੁਝ ਵੀ ਕਰਦੇ ਹਾਂ ਤਾਂ ਉਸ ਪ੍ਰਯੋਗ ਦਾ ਰਿਜ਼ਲਟ ਅਸੀਂ ਕੁਝ ਦਿਨਾਂ ਵਿੱਚ ਹੀ ਚਾਹੁੰਦੇ ਹਾਂ। ਇੰਨੀ ਜਲਦੀ ਨਹੀਂ ਕਰਨੀ ਚਾਹੀਦੀ। ਜੋ ਤੁਸੀਂ ਪਿੱਛੇ ਕੀਤਾ ਹੈ ਉਸ ਦਾ ਰਿਜ਼ਲਟ ਵੀ ਕੁਝ ਦਿਨਾਂ ਵਿੱਚ ਥੋੜ੍ਹਾ ਹੀ ਮਿਲਿਆ ਸੀ, ਸਮਾਂ ਲੱਗਿਆ ਸੀ। ਕੁਝ ਵੀ ਬੀਜੋ ਉਸ ਨੂੰ ਉੱਗਣ ਵਿੱਚ ਕੁਝ ਤਾਂ ਸਮਾਂ ਲੱਗੇਗਾ। ਇਸੇ ਤਰ੍ਹਾਂ ਕੁਝ ਵੀ ਨਵਾਂ ਪ੍ਰਯੋਗ ਕਰਨ ਨੂੰ ਸਮਾਂ ਲੱਗਦਾ ਹੈ ਅਤੇ ਸਮਾਂ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਪ੍ਰਯੋਗ ਕਰਨ ਵਾਲੇ ਦੀ ਫਰੀਕੁਐਂਸੀ ਕੀ ਹੈ। ਇਹ ਗੱਲ ਅੱਜ ਵਿਗਿਆਨਕ ਤੌਰ 'ਤੇ ਵੀ ਸਿੱਧ ਹੋ ਚੁੱਕੀ ਹੈ ਕਿ ਜੇਕਰ ਇੱਕ ਸਧਾਰਨ ਵਿਚਾਰ ਤੁਹਾਡੇ ਮਨ ਵਿੱਚ ਆਉਂਦਾ ਹੈ, ਬੇਸ਼ੱਕ ਉਹ ਪੋਜ਼ੀਟਿਵ ਹੋਵੇ ਜਾਂ ਨੈਗੇਟਿਵ ਹੋਵੇ, ਉਸ ਦਾ परिणाम 3-4 ਮਹੀਨਿਆਂ ਵਿੱਚ ਸਭ ਦੇ ਸਾਹਮਣੇ ਆ ਹੀ ਜਾਂਦਾ ਹੈ। ਬੇਸ਼ੱਕ ਉਸ ਵਿਚਾਰ ਦੀ ਫਰੀਕੁਐਂਸੀ ਘੱਟ ਤੋਂ ਘੱਟ ਹੋਵੇ। ਅਤੇ ਹੁਣ ਜੋ ਕੁਝ ਵੀ ਤੁਹਾਡੇ ਨਾਲ ਅੱਜ ਦੇ ਸਮੇਂ ਵਿੱਚ ਘਟਨਾਵਾਂ ਘਟ ਰਹੀਆਂ ਹਨ ਜਾਂ ਕੁਝ ਵੀ ਉੱਪਰ ਨੀਚੇ ਹੋ ਰਿਹਾ ਹੈ, ਉਹ ਅੱਜ ਦਾ ਨਹੀਂ ਹੈ। ਉਹ ਪਿਛਲੇ 3-4 ਮਹੀਨਿਆਂ ਦਾ ਹੈ ਜਾਂ ਫਿਰ ਸਾਲਾਂ ਦਾ ਵੀ ਹੋ ਸਕਦਾ ਹੈ। ਪਿਛਲੇ ਜਨਮਾਂ ਦੀਆਂ ਗੱਲਾਂ ਤਾਂ ਛੱਡੋ, ਤੁਸੀਂ ਆਪਣੇ ਨਾਲ ਇੱਕ ਪ੍ਰਯੋਗ ਕਰਕੇ ਦੇਖ ਲਵੋ ਕਿ ਜਦੋਂ ਤੁਸੀਂ ਪਿਛਲੀਆਂ ਪਾਸਟ ਦੀਆਂ ਗੱਲਾਂ ਸੋਚਦੇ ਹੋ ਤਾਂ ਸੋਚਦੇ ਤਾਂ ਹੁਣ ਹੋ, ਨਾ ਕਿ ਪਿਛਲੇ ਜਨਮਾਂ ਦੀਆਂ ਸੋਚਦੇ ਹੋ। ਜੋ ਸੋਚਦੇ ਹੋ ਉਹ ਜਾਂ ਤਾਂ 10 ਦਿਨ ਪਹਿਲਾਂ ਦੀ ਗੱਲ ਹੋਵੇਗੀ ਜਾਂ 20 ਦਿਨ ਜਾਂ ਮਹੀਨਾ ਪਹਿਲਾਂ ਦੀ ਜਾਂ 3 ਮਹੀਨੇ ਪਹਿਲਾਂ ਦੀ। ਤਾਂ ਉਸ ਗੱਲ ਨੇ ਅੱਜ ਹੀ ਤੁਹਾਡੇ ਕੋਲ ਕਿਉਂ ਆਉਣਾ ਸੀ? ਕਿਉਂਕਿ ਪਹਿਲਾਂ ਤਾਂ ਤੁਸੀਂ ਕਦੇ ਨਾ ਕਦੇ ਸੋਚਿਆ ਹੁੰਦਾ ਹੈ। ਇਸ ਲਈ ਪਿਛਲੇ ਜਨਮਾਂ ਦੀਆਂ ਘਟਨਾਵਾਂ ਤਾਂ ਬਹੁਤ ਦੂਰ ਦੀ ਗੱਲ ਹੈ, ਇੱਥੇ ਤਾਂ ਹੁਣ ਦੀ ਗੱਲ ਹੋ ਰਹੀ ਹੈ। ਇਸ ਲਈ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਤੁਸੀਂ ਕੀ ਸੋਚ ਰਹੇ ਹੋ, ਕਿਸ ਦੇ ਬਾਰੇ ਸੋਚ ਰਹੇ ਹੋ, ਕਿੰਨੇ ਸਮੇਂ ਤੋਂ ਸੋਚ ਰਹੇ ਹੋ। ਉਹ ਆਉਣੇ ਵਾਲੇ ਸਮੇਂ ਵਿੱਚ ਸਭ ਫਲੀਭੂਤ ਹੋ ਕੇ ਬਗੀਚਾ ਬਣ ਜਾਵੇਗਾ। ਜੇ ਤੁਸੀਂ ਕਿਸੇ ਵਿਅਕਤੀ ਨਾਲ ਬਹੁਤ ਗਹਿਰਾ ਮੋਹ ਪਾਇਆ ਹੋਇਆ ਹੈ, ਉਸ ਨਾਲ ਬਹੁਤ ਲਗਾਵ ਹੋ ਗਿਆ ਹੈ, ਤਾਂ 4 ਤੋਂ 6 ਮਹੀਨੇ ਦੇ ਅੰਦਰ ਉਸ ਦੀਆਂ ਸਾਰੀਆਂ ਬਿਮਾਰੀਆਂ, ਮਾੜੇ ਹਾਲਾਤ, ਸਮੱਸਿਆਵਾਂ, ਉਸ ਦੇ ਘਰ ਦੀਆਂ ਗੱਲਾਂ, ਆਰਥਿਕ ਸਮਾਜਿਕ ਗੱਲਾਂ ਸਭ ਤੁਹਾਡੇ ਕੋਲ ਆ ਜਾਣਗੀਆਂ। ਪਰ ਇਹਨਾਂ ਗੱਲਾਂ ਨੂੰ ਕੋਈ ਸਮਝ ਨਹੀਂ ਰਿਹਾ ਹੈ। ਪਰ ਇੱਕ ਫਾਰਮੂਲਾ ਹੈ, wherever the energy flow, your attention go and things grow। ਜਿੱਥੇ ਸਾਡਾ ਧਿਆਨ ਗਿਆ ਉੱਥੇ ਦੀ ਸਾਰੀ ਊਰਜਾ ਨੈਗੇਟਿਵ ਜਾਂ ਪੋਜ਼ੀਟਿਵ ਸਭ ਸਾਡੇ ਕੋਲ ਆ ਜਾਵੇਗੀ। ਇਹੀ ਸਭ ਨਾਲ ਹੋ ਰਿਹਾ ਹੈ। ਉਸ ਨੂੰ ਲੱਗਦਾ ਹੈ ਕਿ ਮੈਂ ਤਾਂ ਇਸ ਤਰ੍ਹਾਂ ਕੋਈ ਕੰਮ ਹੀ ਨਹੀਂ ਕੀਤਾ। ਪਰ ਜੇ ਕਿਸੇ ਵਿਅਕਤੀ ਦੇ ਨਾਲ ਲਗਾਵ ਹੈ, ਜੁੜਾਵ ਹੈ, ਤਾਂ ਉਸ ਦਾ ਸਭ ਕੁਝ ਤੁਹਾਡੇ ਕੋਲ ਹੈ। ਸ਼ਾਇਦ ਇਤਿਹਾਸ ਦੀ ਇੱਕ ਘਟਨਾ ਤੁਹਾਨੂੰ ਵੀ ਪਤਾ ਹੋਵੇਗੀ ਕਿ ਹਮਾਯੂ ਦੀ ਇੱਕ ਵਾਰ ਤਬੀਅਤ ਬਹੁਤ ਖਰਾਬ ਹੋ ਗਈ ਅਤੇ ਸਾਰੇ ਹਕੀਮਾਂ ਨੇ ਜਵਾਬ ਦੇ ਦਿੱਤਾ ਅਤੇ ਉਸ ਦੇ ਪਿਤਾ ਬਾਬਰ ਨੇ ਦਿਲ ਤੋਂ ਬੈਠ ਕੇ ਰੱਟ ਲਗਾ ਦਿੱਤੀ ਕਿ ਇਸ ਦੀਆਂ ਸਾਰੀਆਂ ਬਿਮਾਰੀਆਂ ਮੈਨੂੰ ਲੱਗ ਜਾਣ, ਅਤੇ ਉਸ ਨੂੰ ਲੱਗ ਗਈਆਂ ਕਿਉਂਕਿ ਉਹ ਆਪਣੇ ਪੁੱਤਰ ਹਮਾਯੂ ਨੂੰ ਜਿੰਦਾ ਦੇਖਣਾ ਚਾਹੁੰਦਾ ਸੀ। ਇਹ ਤਾਂ ਸੱਚੀ ਕਹਾਣੀ ਹੈ, ਪਰ ਸੱਚ ਵਿੱਚ ਵੀ ਪਰਮਾਤਮਾ ਸਾਨੂੰ ਵਾਰ-ਵਾਰ ਅਟੈਂਸ਼ਨ ਦੇ ਰਹੇ ਹਨ ਕਿ ਕਿਸੇ ਵੀ ਦੇਹ ਜਾਂ ਦੇਹ ਦੇ ਸੰਬੰਧੀ ਨਾਲ ਆਪਣਾ ਲਗਾਵ ਨਾ ਰੱਖੋ, ਨਹੀਂ ਤਾਂ ਵਿਕਾਰਮ ਪਾਪ ਕਰਮ ਬਣ ਜਾਣਗੇ ਅਤੇ ਤੁਸੀਂ ਕਰਮਾਂ ਦੇ ਗੇੜ ਵਿੱਚੋਂ ਨਿਕਲ ਨਹੀਂ ਸਕੋਗੇ। ਮਨ ਅਤੇ ਮਕਾਨ ਨੂੰ ਟਾਈਮ ਸਾਫ਼ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਮਕਾਨ ਵਿੱਚ ਬੇਮਤਲਬਾ ਸਮਾਨ ਅਤੇ ਮਨ ਵਿੱਚ ਗਲਤ ਫਹਿਮੀਆਂ ਭਰ ਜਾਂਦੀਆਂ ਹਨ। ਜੇਕਰ ਅਸੀਂ ਗੁਲਾਬ ਦੀ ਤਰ੍ਹਾਂ ਖਿੜਨਾ ਚਾਹੁੰਦੇ ਹਾਂ ਤਾਂ ਕੰਡਿਆਂ ਨਾਲ ਤਾਲਮੇਲ ਦੀ ਕਲਾ ਸਿੱਖਣੀ ਪਵੇਗੀ। ਤਲਾਬ ਇੱਕ ਹੀ ਹੈ, ਉਸੇ ਤਲਾਬ ਵਿੱਚ ਹੰਸ ਮੋਤੀ ਚੁਗਦਾ ਹੈ ਅਤੇ ਬਗਲਾ ਮੱਛਲੀ। ਸੋਚ ਦਾ ਫਰਕ ਹੁੰਦਾ ਹੈ। ਤੁਹਾਡੀ ਸੋਚ ਹੀ ਤੁਹਾਨੂੰ ਬੜਾ ਬਣਾਉਂਦੀ ਹੈ। ਜੀਵਨ ਨੂੰ ਸੁਖੀ ਬਣਾਉਣ ਦੀ ਸਭ ਤੋਂ ਚੰਗਾ ਤਰੀਕਾ ਹੈ ਕਿ ਆਪਣੇ ਕਰਮਾਂ ਨੂੰ ਚੰਗਾ ਬਣਾਓ। ਸਾਰੇ ਦਿਨ ਵਿੱਚ ਅਸੀਂ ਜਿਸ ਨਾਲ ਵੀ ਮਿਲਦੇ ਹਾਂ ਉਹਨਾਂ ਨਾਲ ਸਾਡਾ ਕਰਮਾਂ ਦਾ ਹਿਸਾਬ ਕਿਤਾਬ ਬਣਦਾ ਹੈ। ਜੇਕਰ ਸਾਰਾ ਦਿਨ ਅਸੀਂ ਦੂਸਰਿਆਂ ਨੂੰ ਦੁੱਖ ਦੇਵਾਂਗੇ ਤਾਂ ਅਸੀਂ ਆਪ ਕਿਸ ਤਰ੍ਹਾਂ ਸੁਖੀ ਰਹਿ ਸਕਦੇ ਹਾਂ। ਜੋ ਕਰਮ ਅਸੀਂ ਕਰਦੇ ਹਾਂ ਉਹਨਾਂ ਦਾ ਫਲ ਕਿਸੇ ਨਾ ਕਿਸੇ ਰੂਪ ਵਿੱਚ ਸਾਨੂੰ ਹੀ ਭੋਗਣਾ ਪੈਂਦਾ ਹੈ। ਮਨੁੱਖ ਸੁਭਾਅ ਤੋਂ ਹੀ ਸਫਾਈ ਪਸੰਦ ਕਰਦਾ ਹੈ। ਘਰ ਵਿੱਚ ਕਿਤੇ ਗੰਦਗੀ ਹੋਵੇ ਤਾਂ ਉਸ ਨੂੰ ਉਸੇ ਵੇਲੇ ਸਾਫ਼ ਕਰਦੇ ਹਾਂ। ਜੇ ਕੂੜਾ ਜ਼ਿਆਦਾ ਦਿਨ ਰਹਿ ਜਾਵੇ ਤਾਂ ਕੀੜੇ ਪੈਦਾ ਹੋ ਜਾਂਦੇ ਹਨ, ਬਦਬੂ ਆਉਂਦੀ ਹੈ। ਇਸੇ ਤਰ੍ਹਾਂ ਸਾਡੇ ਮਨ ਵਿੱਚ ਕਿਸੇ ਲਈ ਕੋਈ ਮਾੜੀ ਭਾਵਨਾ, ਈਰਖਾ, ਦੋਸ਼ ਵਗੈਰਾ ਨਾ ਹੋਵੇ। ਇਹ ਸਭ ਗੰਦਗੀ ਹੈ, ਸਾਡੇ ਅੰਦਰ ਨੂੰ ਗਾਲ ਦੇਵੇਗੀ, ਜੋ ਕਿ ਸਾਨੂੰ ਬਿਮਾਰ ਕਰ ਦੇਵੇਗੀ। ਇਸ ਨੂੰ ਬਾਹਰ ਸੁੱਟ ਦੇਵੋ, ਮਤਲਬ ਭੁਲਾ ਦੇਵੋ। ਆਪਣੇ ਮਨ ਵਿੱਚ ਨਾ ਰੱਖੋ।
ਸਾਡੀ ਸਾਰਿਆਂ ਦੀ ਇਹ ਆਦਤ ਜਿਹੀ ਬਣ ਗਈ ਹੈ ਕਿ ਅਸੀਂ ਸਦਾ ਦੂਸਰਿਆਂ ਨੂੰ ਬਦਲਣ ਦੀ ਇੱਛਾ ਰੱਖਦੇ ਹਾਂ, ਪਰ ਸਮਝਦਾਰੀ ਇਸ ਵਿੱਚ ਹੈ ਕਿ ਅਸੀਂ ਆਪਣੇ ਕਰਮਾਂ ਨਾਲ ਦੂਸਰਿਆਂ ਲਈ ਸੁੱਖ ਪੈਦਾ ਕਰੀਏ। ਸਾਡੇ ਵਿਚਾਰਾਂ ਨਾਲ ਬਾਜੂਮੰਡਲ ਬਣਦਾ ਹੈ। ਸਾਡੀ ਹਰ ਸੋਚ ਦੂਸਰੇ ਤੱਕ ਪਹੁੰਚਦੀ ਹੈ। ਘਰ ਦਾ ਵਾਤਾਵਰਨ ਘਰ ਵਿੱਚ ਰਹਿਣ ਵਾਲੇ ਲੋਕਾਂ ਦੀ ਸੋਚ ਨਾਲ ਬਣਦਾ ਹੈ। ਅਸੀਂ ਸਭ ਜਾਣਦੇ ਹਾਂ ਕਿ ਜਿਸ ਤਰ੍ਹਾਂ ਦਾ ਕਰਮ ਉਸੇ ਤਰ੍ਹਾਂ ਦਾ ਫਲ ਮਿਲਦਾ ਹੈ। ਇਸ ਲਈ ਤੁਸੀਂ ਜੋ ਆਪਣੇ ਲਈ ਚਾਹੁੰਦੇ ਹੋ ਉਹੀ ਦੂਸਰਿਆਂ ਨੂੰ ਦੇਵੋ। ਘਰ ਵਿੱਚ ਚੰਗੀ ਸੋਚ ਨਾਲ ਖਾਣਾ ਬਣਾਉਣਾ ਅਤੇ ਖਾਣਾ ਚਾਹੀਦਾ ਹੈ। ਪਰਮਾਤਮਾ ਦੀ ਯਾਦ ਵਿੱਚ ਖਾਣਾ ਬਣਾਓਗੇ ਤਾਂ ਖਾਓਗੇ ਤਾਂ ਉਹ ਪ੍ਰਸ਼ਾਦ ਬਣ ਜਾਵੇਗਾ। ਸਾਡੇ ਵਿਚਾਰਾਂ ਦਾ ਅੰਨ ਉੱਤੇ ਬਹੁਤ ਪ੍ਰਭਾਵ ਪੈਂਦਾ ਹੈ। ਖਾਂਦੇ ਸਮੇਂ ਵੀ ਪਰਮਾਤਮਾ ਨੂੰ ਯਾਦ ਕਰਕੇ ਖਾਓ। ਪਰਮਾਤਮਾ ਦੀ ਯਾਦ ਵਿੱਚ ਅੰਨ ਸ਼ੁੱਧ ਕਰਕੇ ਖਾਓ ਤਾਂ ਖੂਨ ਵੀ ਸ਼ੁੱਧ ਬਣੇਗਾ। ਧਨ ਕਦੇ ਵੀ ਕਿਸੇ ਨੂੰ ਦੁੱਖ ਦੇ ਕੇ ਜਾਂ ਸਤਾ ਕੇ ਪ੍ਰਾਪਤ ਨਾ ਕਰੋ, ਨਹੀਂ ਤਾਂ ਸੁਖੀ ਨਹੀਂ ਰਹਿ ਸਕੋਗੇ। ਅੱਜ ਦੀ ਕਹਾਣੀ ਹੈ। ਇੱਕ ਪਾਰਕ ਵਿੱਚ ਦੋ ਬਜ਼ੁਰਗ ਬੈਠੇ ਗੱਲਾਂ ਕਰ ਰਹੇ ਸਨ। ਪਹਿਲਾ ਕਹਿੰਦਾ ਹੈ, ਮੇਰੀ ਇੱਕ ਪੋਤੀ ਹੈ, ਸ਼ਾਦੀ ਦੀ ਉਮਰ ਹੋ ਗਈ ਹੈ, BA ਕੀਤਾ ਹੋਇਆ ਹੈ, ਨੌਕਰੀ ਕਰਦੀ ਹੈ, ਕੱਦ 5 ਫੁੱਟ 2 ਇੰਚ ਹੈ, ਸੁੰਦਰ ਹੈ, ਕੋਈ ਲੜਕਾ ਨਜ਼ਰ ਵਿੱਚ ਹੋਇਆ ਤਾਂ ਦੱਸਣਾ। ਦੂਸਰਾ ਬਜ਼ੁਰਗ ਪੁੱਛਦਾ ਹੈ, ਤੁਹਾਡੀ ਪੋਤੀ ਨੂੰ ਕਿਸ ਤਰ੍ਹਾਂ ਦਾ ਪਰਿਵਾਰ ਚਾਹੀਦਾ ਹੈ? ਪਹਿਲਾ ਕਹਿੰਦਾ ਹੈ, ਬਸ ਕੁਝ ਖਾਸ ਨਹੀਂ, ਲੜਕਾ MA ਕੀਤਾ ਹੋਵੇ, MA ਟੇਕ ਕੀਤਾ ਹੋਵੇ, ਆਪਣਾ ਬਾਗ ਬਗੀਚਾ ਹੋਵੇ, ਚੰਗੀ ਜੌਬ ਹੋਵੇ, ਤਨਖਾਹ ਕੁਝ ਲੱਖ ਰੁਪਏ ਤੱਕ ਹੋਵੇ, ਅਤੇ ਸਭ ਤੋਂ ਜ਼ਰੂਰੀ ਗੱਲ ਉਹ ਇਕੱਲਾ ਹੋਣਾ ਚਾਹੀਦਾ ਹੈ, ਮਾਂ ਬਾਪ ਭੈਣ ਭਰਾ ਨਹੀਂ ਹੋਣੇ ਚਾਹੀਦੇ। ਦੂਸਰਾ ਬਜ਼ੁਰਗ ਪੁੱਛਦਾ ਹੈ, ਕਿਉਂ ਨਹੀਂ ਹੋਣੇ ਚਾਹੀਦੇ? ਪਹਿਲਾ ਕਹਿੰਦਾ ਹੈ, ਲੜਾਈ ਝਗੜੇ ਹੁੰਦੇ ਹਨ ਨਾ। ਦੂਸਰੇ ਬਜ਼ੁਰਗ ਦੀਆਂ ਅੱਖਾਂ ਭਰ ਆਈਆਂ। ਹੰਝੂ ਪੂੰਝਦਾ ਹੋਇਆ ਉਹ ਬੋਲਿਆ, ਮੇਰੇ ਇੱਕ ਦੋਸਤ ਦਾ ਪੋਤਰਾ ਹੈ, ਉਸਦੇ ਭੈਣ ਭਰਾ ਨਹੀਂ ਹਨ, ਮਾਂ ਬਾਪ ਇੱਕ ਦੁਰਘਟਨਾ ਵਿੱਚ ਚੱਲ ਬਸੇ, ਚੰਗੀ ਨੌਕਰੀ ਹੈ, 1.5 ਲੱਖ ਤਨਖਾਹ ਹੈ, ਗੱਡੀ ਹੈ, ਬੰਗਲਾ ਹੈ, ਨੌਕਰ ਚਾਕਰ ਹਨ। ਪਹਿਲਾ ਬਜ਼ੁਰਗ ਕਹਿੰਦਾ, ਫਿਰ ਕਰਵਾਓ ਨਾ ਰਿਸ਼ਤਾ ਪੱਕਾ। ਦੂਸਰਾ ਬਜ਼ੁਰਗ ਕਹਿੰਦਾ, ਪਰ ਉਸ ਲੜਕੇ ਦੀ ਵੀ ਇਹੀ ਸ਼ਰਤ ਹੈ ਕਿ ਲੜਕੀ ਦੇ ਵੀ ਮਾਂ ਬਾਪ ਭੈਣ ਭਰਾ ਕੋਈ ਰਿਸ਼ਤੇਦਾਰ ਨਾ ਹੋਣ। ਕਹਿੰਦੇ ਕਹਿੰਦੇ ਉਸਦਾ ਗਲਾ ਭਰ ਆਇਆ। ਫਿਰ ਬੋਲੇ, ਜੇਕਰ ਤੁਹਾਡਾ ਸਾਰਾ ਪਰਿਵਾਰ ਆਤਮ ਹੱਤਿਆ ਕਰ ਲਵੇ ਤਾਂ ਗੱਲ ਬਣ ਸਕਦੀ ਹੈ, ਅਤੇ ਤੁਹਾਡੀ ਪੋਤੀ ਦੀ ਸ਼ਾਦੀ ਉਸ ਨਾਲ ਹੋ ਜਾਵੇਗੀ ਅਤੇ ਉਹ ਬਹੁਤ ਸੁਖੀ ਰਹੇਗੀ। ਪਹਿਲਾ ਬਜ਼ੁਰਗ ਕਹਿੰਦਾ, ਇਹ ਕੀ ਬਕਵਾਸ ਕਰਦਾ ਹੈ, ਸਾਡਾ ਪਰਿਵਾਰ ਕਿਉਂ ਆਤਮ ਹੱਤਿਆ ਕਰੇ? ਕੱਲ੍ਹ ਨੂੰ ਉਸ ਦੀਆਂ ਖੁਸ਼ੀਆਂ ਵਿੱਚ ਦੁੱਖਾਂ ਵਿੱਚ ਕੌਣ ਉਸਦੇ ਕੋਲ ਹੋਵੇਗਾ? ਦੂਸਰਾ ਬਜ਼ੁਰਗ ਬੋਲਿਆ, ਵਾਹ ਮੇਰੇ ਦੋਸਤ, ਤੁਹਾਡਾ ਪਰਿਵਾਰ ਹੈ ਅਤੇ ਦੂਸਰੇ ਦਾ ਪਰਿਵਾਰ ਕੁਝ ਨਹੀਂ ਹੈ। ਮੇਰੇ ਦੋਸਤ, ਆਪਣੇ ਬੱਚਿਆਂ ਨੂੰ ਪਰਿਵਾਰ ਦਾ ਮਹੱਤਵ ਸਮਝਾਓ। ਘਰ ਦੇ ਵੱਡੇ ਘਰ ਦੇ ਛੋਟੇ ਸਭ ਆਪਣੇ ਲਈ ਜ਼ਰੂਰੀ ਹੁੰਦੇ ਹਨ, ਨਹੀਂ ਤਾਂ ਇਨਸਾਨ ਖੁਸ਼ੀਆਂ ਦਾ ਅਤੇ ਗਮ ਦਾ ਮਹੱਤਵ ਹੀ ਭੁੱਲ ਜਾਵੇਗਾ। ਜ਼ਿੰਦਗੀ ਫਜ਼ੂਲ ਹੀ ਬਣ ਜਾਵੇਗੀ। ਪਹਿਲੇ ਵਾਲੇ ਬਜ਼ੁਰਗ ਬੇਹੱਦ ਸ਼ਰਮਿੰਦਗੀ ਦੇ ਕਾਰਨ ਕੁਝ ਨਹੀਂ ਬੋਲ ਸਕੇ। ਪਰਿਵਾਰ ਹੈ ਤਾਂ ਜੀਵਨ ਵਿੱਚ ਹਰ ਖੁਸ਼ੀ ਲੱਗਦੀ ਹੈ। ਜੇਕਰ ਪਰਿਵਾਰ ਨਹੀਂ ਤਾਂ ਕਿਸ ਨਾਲ ਆਪਣੀਆਂ ਖੁਸ਼ੀਆਂ ਮਨਾਓਗੇ? ਸਤਿ ਸ੍ਰੀ ਅਕਾਲ।